ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਟੀਚਰਸ ਪੁਆਇੰਟ ਤੇ। ਦੋਸਤੋ, ਅੱਜ ਅਸੀਂ ਪੜਾਂਗੇ ਭਾਰਤੀ ਸੰਵਿਧਾਨ ਦੇ ਕੁਝ ਬਹੁਤ ਹੀ ਮਹੱਤਵਪੂਰਨ ਅਤੇ ਰੌਚਕ ਤੱਥਾਂ ਬਾਰੇ। ਭਾਰਤੀ ਸੰਵਿਧਾਨ ਬਾਰੇ ਪੜ੍ਹਨ ਤੋਂ ਪਹਿਲਾਂ ਆਓ ਇੱਕ ਝਾਤੀ ਮਾਰਦੇ ਹਾਂ ਸੰਵਿਧਾਨ ਸਭਾ ਉੱਤੇ, ਕਿਉਂਕਿ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅਗਰ ਅਸੀਂ ਭਾਰਤੀ ਸੰਵਿਧਾਨ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹਾਂ। ਦੋਸਤੋ, ਸੰਵਿਧਾਨ ਸਭਾ ਦੀ ਸਥਾਪਨਾ ਆਜ਼ਾਦੀ ਤੋਂ ਪਹਿਲਾਂ ਹੀ ਮਤਲਬ ਨਵੰਬਰ 1946 ਨੂੰ ਹੋ ਗਈ ਸੀ। ਇਹ ਸਭਾ ਜੋ ਬਣਾਈ, ਇਸ ਦੀ ਮੁੱਖ ਜ਼ਿੰਮੇਵਾਰੀ ਸੀ ਆਜ਼ਾਦ ਭਾਰਤ ਦਾ ਭਵਿੱਖ ਤੈਅ ਕਰਨਾ। ਇਸ ਨੇ ਇੱਕ ਰੋਡ ਮੈਪ ਤਿਆਰ ਕਰਨਾ ਸੀ ਜਿਸ ਤੇ ਆਉਣ ਵਾਲੇ ਭਾਰਤ ਦੀ ਨੀਂਹ ਰੱਖੀ ਜਾਣੀ ਸੀ। ਦੋਸਤੋ, ਸੰਵਿਧਾਨ ਸਭਾ ਦੀ ਜੋ ਪਹਿਲੀ ਮੀਟਿੰਗ ਹੈ ਉਹ 9 ਦਸੰਬਰ 1946 ਨੂੰ ਹੋਈ। ਡਾਕਟਰ ਸੱਚਿਦਾਨੰਦ ਸਿਨਹਾ, ਜੋ ਕਿ ਉਸ ਵੇਲੇ ਸਭ ਤੋਂ ਜ਼ਿਆਦਾ ਉਮਰ ਦੇ ਮੈਂਬਰ ਸਨ, ਉਹਨਾਂ ਨੂੰ ਫਰਾਂਸ ਦੇ ਮਾਡਲ ਨੂੰ ਫੋਲੋ ਕਰਦੇ ਹੋਏ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਸੰਵਿਧਾਨ ਸਭਾ ਦਾ, ਜੋ ਕਿ ਬਾਅਦ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਨੂੰ ਬਣਾ ਦਿੱਤਾ ਗਿਆ। ਉਹ ਅਲੱਗ ਗੱਲ ਹੈ, ਪਰ ਸਭ ਤੋਂ ਪਹਿਲਾਂ ਜੋ ਕੁਝ ਦਿਨਾਂ ਲਈ ਡਾਕਟਰ ਸੱਚਿਦਾਨੰਦ ਸਿਨਹਾ ਜੀ ਨੂੰ ਸੰਵਿਧਾਨ ਸਭਾ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ। ਦੋਸਤੋ, ਜਿਵੇਂ ਪਹਿਲਾਂ ਦੱਸਿਆ ਗਿਆ ਕਿ ਸੰਵਿਧਾਨ ਸਭਾ ਦੀ ਜੋ ਪਹਿਲੀ ਮੀਟਿੰਗ ਹੈ ਉਹ 9 ਦਸੰਬਰ 1946 ਨੂੰ ਹੋਈ ਅਤੇ ਇਸ ਆਖਰੀ ਮੀਟਿੰਗ ਜੋ ਉਹ 24 ਜਨਵਰੀ 1950 ਨੂੰ ਹੋਈ। ਇਹ ਦੋ ਮਹੱਤਵਪੂਰਨ ਮਿਤੀਆਂ, ਡੇਟਸ ਨੇ, ਇਹਨਾਂ ਨੂੰ ਯਾਦ ਰੱਖਣਾ। 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ ਅਤੇ 24 ਜਨਵਰੀ 1950 ਨੂੰ ਸੰਵਿਧਾਨ ਸਭਾ ਦੀ ਆਖਰੀ ਮੀਟਿੰਗ ਹੋਈ। ਦੋਸਤੋ, ਇੱਥੇ ਇੱਕ ਗੱਲ ਯਾਦ ਰੱਖਣਾ ਕਿ ਆਪਣੀ ਆਖਰੀ ਮੀਟਿੰਗ ਤੋਂ ਬਾਅਦ ਵੀ ਸੰਵਿਧਾਨ ਸਭਾ ਦਾ ਅੰਤ ਨਹੀਂ ਹੋਇਆ, ਸਗੋਂ ਇਹੀ ਸੰਵਿਧਾਨ ਸਭਾ ਆਰਜੀ ਤੌਰ ਤੇ ਭਾਰਤੀ ਸੰਸਦ ਦਾ ਕੰਮ ਕਰਦੀ ਰਹੀ। ਯਾਦ ਰੱਖਣਾ, ਆਰਜੀ ਤੌਰ ਤੇ, ਕਿਉਂਕਿ ਆਮ ਚੋਣਾਂ ਹੈ ਜੋ ਉਹ ਸੰਵਿਧਾਨ ਲਾਗੂ ਹੋਣ ਤੋਂ ਲਗਭਗ 1.5-2 ਸਾਲ ਬਾਅਦ ਹੋਈਆਂ, ਮਤਲਬ 1952 'ਚ ਹੋਈਆਂ। ਪਰ ਉਸ ਤੋਂ ਪਹਿਲਾਂ ਵੀ ਇਸ ਦੇਸ਼ ਨੂੰ ਇੱਕ ਸਰਕਾਰ ਦੀ ਲੋੜ ਸੀ। ਉਸ ਲੋੜ ਨੂੰ ਪੂਰਾ ਕਿਸ ਨੇ ਕੀਤਾ ਸੀ? ਜੋ ਸੰਵਿਧਾਨ ਸਭਾ ਸੀ, ਉਹੀ ਐਜ਼ ਅ ਪਾਰਲੀਮੈਂਟ ਵੀ ਅੱਗੇ ਕੰਮ ਕਰਦੀ ਰਹੀ। ਦੋਸਤੋ, ਆਪਣੀ ਪਹਿਲੀ ਮੀਟਿੰਗ ਤੋਂ ਲੈ ਕੇ ਆਖਰੀ ਮੀਟਿੰਗ ਤੱਕ ਸੰਵਿਧਾਨ ਸਭਾ ਨੇ ਬਹੁਤ ਸਾਰੇ ਕੰਮ ਕੀਤੇ। ਇਹਨਾਂ ਨੇ ਇੱਕ ਦਿਸ਼ਾ ਨਿਸ਼ਚਿਤ ਕੀਤੀ ਜਿਸ ਤੇ ਆਉਣ ਵਾਲੇ ਭਾਰਤ ਨੇ ਚੱਲਣਾ ਸੀ। ਇਸ ਦੌਰਾਨ ਕੁਝ ਮਹੱਤਵਪੂਰਨ ਕੰਮ, ਜਿਵੇਂ ਕਿ 22 ਜੁਲਾਈ 1947 ਨੂੰ ਰਾਸ਼ਟਰੀ ਝੰਡੇ ਨੂੰ ਅਡਾਪਟ ਕੀਤਾ ਗਿਆ ਸੰਵਿਧਾਨ ਸਭਾ ਵੱਲੋਂ। ਜੋ ਸਾਡਾ ਨੈਸ਼ਨਲ ਫਲੈਗ ਹੈ ਉਹ 22 ਜੁਲਾਈ 1947 ਨੂੰ ਅਡਾਪਟ ਕੀਤਾ ਗਿਆ। ਉਸ ਤੋਂ ਬਾਅਦ 24 ਜਨਵਰੀ 1950 ਨੂੰ 3 ਮਹੱਤਵਪੂਰਨ ਕੰਮ ਕੀਤੇ। ਪਹਿਲਾ ਕੰਮ ਨੈਸ਼ਨਲ ਐਂਥਮ ਨੂੰ ਅਡਾਪਟ ਕਰਨਾ, ਮਤਲਬ ਰਾਸ਼ਟਰੀ ਗਾਨ ਜੋ ਹੈ ਉਸ ਨੂੰ ਅਡਾਪਟ ਕੀਤਾ ਗਿਆ 24 ਜਨਵਰੀ 1950 ਨੂੰ। ਫਿਰ ਨੈਸ਼ਨਲ ਸੌਂਗ ਵੀ ਸੇਮ ਡੇਟ 24 ਜਨਵਰੀ 1950 ਨੂੰ ਅਡਾਪਟ ਕੀਤਾ ਗਿਆ ਭਾਰਤੀ ਸੰਵਿਧਾਨ ਸਭਾ ਦੁਆਰਾ। ਇਸ ਤੋਂ ਬਾਅਦ ਜੋ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ, ਉਹਨਾਂ ਦੀ ਸਿਲੈਕਸ਼ਨ, ਉਹਨਾਂ ਦੀ ਚੋਣ ਵੀ 24 ਜਨਵਰੀ 1950 ਨੂੰ ਹੋਈ। ਸੋ ਦੋਸਤੋ, ਇਹ ਕੁਝ ਮਹੱਤਵਪੂਰਨ ਕੰਮ, ਪਰ ਇਹਨਾਂ ਵਿੱਚ ਸਭ ਤੋਂ ਮਹੱਤਵਪੂਰਨ ਕੰਮ ਜੋ ਹੈ ਉਹ ਅੱਗੇ ਹੈ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਦੋਸਤੋ, ਸੰਵਿਧਾਨ ਸਭਾ ਵਿੱਚ ਕਈ ਕਮੇਟੀਆਂ ਬਣਾਈਆਂ ਗਈਆਂ, ਕਿਉਂਕਿ ਬਹੁਤ ਸਾਰੇ ਕੰਮ ਸੀ ਕਰਨ ਵਾਲੇ। ਇਹਨਾਂ ਕਮੇਟੀਆਂ ਦੇ ਜਿੰਮੇ ਅਲੱਗ-ਅਲੱਗ ਕੰਮ ਲਗਾਏ ਗਏ। ਇਹਨਾਂ ਕਮੇਟੀਆਂ ਵਿੱਚੋਂ ਸਭ ਤੋਂ ਜੋ ਅਹਿਮ ਕਮੇਟੀ ਸੀ ਉਹ ਸੀ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਡਰਾਫਟਿੰਗ ਕਮੇਟੀ। ਯਾਦ ਰੱਖਣਾ, ਸਭ ਤੋਂ ਅਹਿਮ ਕਮੇਟੀ ਜੋ ਡਰਾਫਟਿੰਗ ਕਮੇਟੀ ਸੀ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ, ਉਹ 29 ਅਗਸਤ 1947 ਨੂੰ ਬਣਾਈ ਗਈ। ਇਸ ਕਮੇਟੀ ਦੇ ਜੋ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਬਣਾਏ ਗਏ, ਕਿਉਂਕਿ ਉਹ ਉਸ ਵੇਲੇ ਸੰਵਿਧਾਨ ਅਤੇ ਕਾਨੂੰਨੀ ਖੇਤਰ ਵਿੱਚ ਬਹੁਤ ਹੀ ਉੱਚ ਪੱਧਰ ਦੇ ਵਿਦਵਾਨ ਸਨ। ਇਸ ਕਰਕੇ ਉਹਨਾਂ ਨੂੰ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਉਹਨਾਂ ਤੋਂ ਇਲਾਵਾ ਸ਼੍ਰੀ ਗੋਪਾਲਾ ਸਵਾਮੀ ਅਯੰਗਰ, ਅਲਾਦੀ ਕ੍ਰਿਸ਼ਨਾ ਸਵਾਮੀ ਅਯਰ, ਡਾਕਟਰ KM ਮੁੰਸ਼ੀ, ਸੈਯਦ ਮੁਹੰਮਦ ਸਾਇਦੁੱਲਾ, N ਮਾਧਵ ਰਾਓ, ਜੋ ਕਿ BL ਮਿੱਤਰ ਦੀ ਜਗ੍ਹਾ ਆਏ, ਜਿਨ੍ਹਾਂ ਨੇ ਖਰਾਬ ਸਿਹਤ ਕਰਕੇ ਅਸਤੀਫਾ ਦੇ ਦਿੱਤਾ ਸੀ। ਯਾਦ ਰੱਖਣਾ, N ਮਾਧਵ ਰਾਓ ਜੀ ਸੀ ਜੋ ਉਸ ਡਰਾਫਟਿੰਗ ਕਮੇਟੀ ਦੇ ਮੈਂਬਰ। ਉਹ ਸ਼੍ਰੀ BL ਮਿੱਤਲ ਦੀ ਜਗ੍ਹਾ ਸ਼ਾਮਲ ਕੀਤੇ ਗਏ, ਕਿਉਂਕਿ ਆਪਣੀ ਖਰਾਬ ਸਿਹਤ ਹੋਣ ਕਰਕੇ BL ਮਿੱਤਲ ਜੀ ਨੇ
ਅਸਤੀਫਾ ਦੇ ਦਿੱਤਾ। ਉਸ ਤੋਂ ਇਲਾਵਾ ਅਗਲੇ ਮੈਂਬਰ ਟੀ ਕ੍ਰਿਸ਼ਨਾ ਮੱਛਰੀ ਜੋ ਕਿ ਆਏ ਸ਼੍ਰੀ ਡੀ ਖੇਤਾਨ ਦੀ ਜਗ੍ਹਾ, ਕਿਉਂਕਿ ਉਹਨਾਂ ਜੋ ਡੀ ਖੇਤਾਨ ਸੀ ਜੋ ਪਹਿਲਾ ਮੈਂਬਰ ਸੀ ਡਰਾਫਟਿੰਗ ਕਮੇਟੀ ਦੇ, ਉਹਨਾਂ ਦਾ ਦੇਹਾਂਤ ਹੋ ਗਿਆ ਸੀ 1948 ਨੂੰ। ਫਿਰ ਉਹਨਾਂ ਨੂੰ ਰਿਪਲੇਸ ਕੀਤਾ ਟੀ ਕ੍ਰਿਸ਼ਨਾ ਮੱਛਰੀ ਜੀ ਨੇ। ਇਹ ਕੁਝ ਅਹਿਮ ਨਾਮ ਨੇ ਡਰਾਫਟਿੰਗ ਕਮੇਟੀ ਦੇ ਜੋ ਚੇਅਰਮੈਨ ਨੇ ਤੇ ਬਾਕੀ ਮੈਂਬਰਸ, ਇਹ ਤੁਸੀਂ ਨਾਮ ਜ਼ਰੂਰ ਯਾਦ ਰੱਖਣਾ। ਸੰਵਿਧਾਨ ਸਭਾ ਦੀ ਗੱਲ ਕਰਨ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਭਾਰਤੀ ਸੰਵਿਧਾਨ ਦੀ। ਭਾਰਤੀ ਸੰਵਿਧਾਨ ਦਾ ਮੂਲ ਢਾਂਚਾ ਹੈ ਕਿਸ ਤਰ੍ਹਾਂ ਦਾ? ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ। ਦ ਲੌਂਗੈਸਟ ਕੌਨਸਟੀਟਿਊਸ਼ਨ ਆਫ ਦ ਵਰਲਡ। ਹੋਰ ਕਿਸੇ ਵੀ ਲੋਕਤੰਤਰੀ ਦੇਸ਼ ਦਾ ਇੰਨਾ ਲੰਬਾ ਸੰਵਿਧਾਨ ਨਹੀਂ ਹੈ ਜਿੰਨਾ ਸੰਵਿਧਾਨ ਭਾਰਤ ਦਾ ਹੈ। ਭਾਰਤੀ ਸੰਵਿਧਾਨ ਨੂੰ ਲਿਖਣ ਲਈ 2 ਸਾਲ 11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਿਆ। ਇਸ ਸਮੇਂ ਦੌਰਾਨ ਸੰਵਿਧਾਨ ਸਭਾ ਦੀਆਂ ਕੁੱਲ 11 ਬੈਠਕਾਂ ਹੋਈਆਂ। ਇਹਨਾਂ ਜੋ ਭਾਰਤੀ ਸੰਵਿਧਾਨ ਨੂੰ ਲਿਖਣ ਦਾ ਜੋ ਕੁੱਲ ਖਰਚ ਹੈ ਉਹ 64 ਕਰੋੜ ਰੁਪਏ ਦੇ ਲਗਭਗ ਆਇਆ। ਦੋਸਤੋ ਯਾਦ ਰੱਖਣਾ, ਭਾਰਤੀ ਸੰਵਿਧਾਨ ਮੂਲ ਰੂਪ ਵਿੱਚ ਹਿੰਦੀ ਅਤੇ ਅੰਗਰੇਜ਼ੀ ਦੋਨੇ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਹੈ। ਦੋਨੋਂ ਭਾਸ਼ਾਵਾਂ ਭਾਰਤੀ ਸੰਵਿਧਾਨ ਦੀਆਂ ਮੂਲ ਭਾਸ਼ਾਵਾਂ ਹਨ। ਸੰਵਿਧਾਨ ਸਭਾ ਵੱਲੋਂ ਭਾਰਤੀ ਸੰਵਿਧਾਨ ਨੂੰ 26 ਨਵੰਬਰ 1949 ਨੂੰ ਪ੍ਰਵਾਨ ਕਰ ਲਿਆ ਗਿਆ। ਮਤਲਬ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਨੂੰ ਅਡਾਪਟ ਕੀਤਾ ਗਿਆ। ਜਦੋਂ ਭਾਰਤੀ ਸੰਵਿਧਾਨ ਨੂੰ ਪ੍ਰਵਾਨ ਕੀਤਾ ਉਸ ਸਮੇਂ ਭਾਰਤੀ ਸੰਵਿਧਾਨ ਵਿੱਚ ਕੁੱਲ 395 ਆਰਟੀਕਲ ਸਨ ਜੋ ਅਲੱਗ-ਅਲੱਗ 22 ਭਾਗਾਂ ਵਿੱਚ ਵੰਡੇ ਹੋਏ ਸਨ ਅਤੇ 8 ਸ਼ਡਿਊਲ ਸਨ। ਭਾਰਤੀ ਸੰਵਿਧਾਨ ਦੇ ਕੁੱਲ 395 ਆਰਟੀਕਲਸ ਅਲੱਗ-ਅਲੱਗ 22 ਪਾਰਟਸ ਵਿੱਚ ਵੰਡੇ ਹੋਏ ਸਨ ਅਤੇ 8 ਸ਼ਡਿਊਲਸ ਵਿੱਚ। ਅਗਰ ਪ੍ਰੈਜ਼ੈਂਟ ਟਾਈਮ ਵਿੱਚ, ਅੱਜ ਦੇ ਟਾਈਮ ਵਿੱਚ ਭਾਰਤੀ ਸੰਵਿਧਾਨ ਦੀ ਗੱਲ ਕਰੀਏ ਤਾਂ ਕੁੱਲ 470 ਆਰਟੀਕਲਸ ਨੇ, 25 ਪਾਰਟਸ ਹੋ ਚੁੱਕੇ ਨੇ, 12 ਸ਼ਡਿਊਲਸ ਅਤੇ 5 ਅਪੈਂਡਿੰਗਸ। ਸੰਵਿਧਾਨ ਦਾ ਆਰਟੀਕਲ 368 ਭਾਰਤੀ ਸੰਸਦ ਨੂੰ ਸੰਵਿਧਾਨ ਵਿੱਚ ਸੋਧ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ, ਪਰ ਇਸ ਦੇ ਨਾਲ ਹੀ ਇਹ ਵੀ ਦੱਸਦਾ ਹੈ ਕਿ ਜੋ ਭਾਰਤੀ ਸੰਵਿਧਾਨ ਦਾ ਮੂਲ ਢਾਂਚਾ ਹੈ ਉਸ ਨੂੰ ਨਹੀਂ ਬਦਲਿਆ ਜਾ ਸਕਦਾ। ਯਾਦ ਰੱਖਣਾ, ਭਾਰਤੀ ਸੰਵਿਧਾਨ ਨੂੰ ਸੋਧਿਆ ਜਾ ਸਕਦਾ ਹੈ ਪਰ ਭਾਰਤੀ ਸੰਵਿਧਾਨ ਦੇ ਮੂਲ ਢਾਂਚੇ ਨੂੰ ਨਹੀਂ ਬਦਲਿਆ ਜਾ ਸਕਦਾ। ਅਗਰ ਭਾਰਤੀ ਸੰਵਿਧਾਨ ਦੇ ਮੂਲ ਢਾਂਚੇ ਨੂੰ ਨਹੀਂ ਬਦਲਿਆ ਜਾ ਸਕਦਾ ਤਾਂ ਜੋ ਮੈਂ ਹੁਣੇ ਗਿਣਤੀ ਦੱਸੀ 470, ਜੋ ਅੱਜ ਦੇ ਟਾਈਮ ਵਿੱਚ 2020 ਵਿੱਚ ਕੁੱਲ ਆਰਟੀਕਲਸ 470 ਹੋ ਚੁੱਕੇ ਨੇ, ਜੋ ਕਿ ਸੰਵਿਧਾਨ ਲਾਗੂ ਹੋਣ ਸਮੇਂ 395 ਸਨ। ਤਾਂ ਫਿਰ ਇਹਨਾਂ ਆਰਟੀਕਲਸ ਜਾਂ ਫਿਰ ਜੋ ਪਾਰਟਸ ਹੁਣ 25 ਹੋ ਚੁੱਕੇ ਨੇ ਜੋ ਪਹਿਲਾਂ 22 ਸੀ, ਤਾਂ ਇਹਨਾਂ ਆਰਟੀਕਲਸ ਜਾਂ ਜੋ ਪਾਰਟਸ ਨੇ ਉਹਨਾਂ ਦੀ ਗਿਣਤੀ ਕਿਸ ਤਰ੍ਹਾਂ ਵਧੀ। ਸੋ ਦੋਸਤੋ ਇੱਥੇ ਇੱਕ ਬਹੁਤ ਹੀ ਰੌਚਕ, ਇੱਕ ਬਹੁਤ ਹੀ ਮਹੱਤਵਪੂਰਨ ਗੱਲ ਦੱਸਣ ਵਾਲੀ ਹੈ ਕਿ ਭਾਰਤੀ ਸੰਵਿਧਾਨ ਵਿੱਚ ਜੋ ਪਾਰਟਸ ਨੇ ਉਹ ਹੁਣ ਵੀ 22 ਨੇ, ਫਿਰ ਵੀ ਅਸੀਂ ਉਹਨਾਂ ਨੂੰ 25 ਗਿਣਦੇ ਹਾਂ। ਦੂਜੇ ਪਾਸੇ ਜੋ ਆਰਟੀਕਲ ਨੇ ਉਹ 395 ਹੀ ਨੇ, ਪਰ ਅਗਰ ਟੋਟਲ ਗਿਣਤੀ ਦੇਖੀਏ ਤਾਂ 470 ਹੋ ਚੁੱਕੀ ਹੈ। ਹੁਣ ਇੱਥੇ ਬਹੁਤ ਵੱਡੀ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ। ਬਹੁਤ ਇੱਕ ਤਰ੍ਹਾਂ ਦੀ ਕਨਫਿਊਜ਼ਨ ਹੈ ਕਿ ਅਗਰ 470 ਨੇ ਤਾਂ ਉਹਨਾਂ ਨੂੰ 395 ਹੀ ਕਿਉਂ ਗਿਣਿਆ ਜਾਂਦਾ ਹੈ। ਤਾਂ ਇਸ ਦਾ ਕਾਰਨ ਇਹ ਹੈ ਕਿ ਭਾਰਤੀ ਸੰਵਿਧਾਨ ਵਿੱਚ ਜਦੋਂ ਕੋਈ ਆਰਟੀਕਲ ਐਡ ਕੀਤਾ ਜਾਂਦਾ ਹੈ ਤਦ ਉਸ ਨੂੰ ਕੋਈ ਨੰਬਰ ਨਾ ਦੇ ਕੇ ਉਸ ਨੂੰ ਐਲਫਾਬੈਟਿਕਲੀ ਲਿਖਿਆ ਜਾਂਦਾ ਹੈ। ਜਿਸ ਤਰ੍ਹਾਂ ਕਿ ਆਰਟੀਕਲ 243 ਹੈ। ਅਗਰ ਆਰਟੀਕਲ 243 ਦੇ ਵਿੱਚ ਕੁਝ ਐਡ ਕੀਤਾ ਹੈ ਤਾਂ ਉਸ ਤੋਂ ਅਗਲਾ ਆਰਟੀਕਲ ਬਣੇਗਾ 243A। ਹੁਣ ਆਰਟੀਕਲ 243 ਅਤੇ ਆਰਟੀਕਲ 243A, ਅਗਰ ਇਸ ਨੂੰ ਆਪਾਂ ਗਿਣਾਂਗੇ ਤਾਂ ਇਹ 2 ਆਰਟੀਕਲ ਹੋਣਗੇ। ਇੱਕ ਆਰਟੀਕਲ ਹੋਏਗਾ ਆਰਟੀਕਲ 243 ਤੇ ਦੂਜਾ ਆਰਟੀਕਲ ਹੋਏਗਾ 243A। ਇਸ ਤਰ੍ਹਾਂ 243B, 243C, 243D, ਜਦੋਂ ਇਹ Z ਤੱਕ ਜਾਣਗੇ ਤਾਂ ਉਸ ਤੋਂ ਬਾਅਦ ਇਸ ਵਿੱਚ ਨਵੀਂ ਗਿਣਤੀ ਸ਼ੁਰੂ ਹੋਏਗੀ 243AA, 243AB, 243AC। ਇਸ ਤਰ੍ਹਾਂ ਜੋ
ਭਾਰਤੀ ਸੰਵਿਧਾਨ ਦੇ ਪਾਰਟਸ ਨੇ ਉਹ ਵੀ ਮੂਲ ਰੂਪ ਵਿੱਚ 22 ਨੇ, ਪਰ ਹੁਣ ਉਹ 25 ਗਿਣੇ ਜਾਂਦੇ ਨੇ। ਉਹਦਾ ਕਾਰਨ ਉਸ ਦੀ ਜੋ ਗਿਣਤੀ ਹੈ ਉਹ ਵੀ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਕਿ ਇੱਕ ਪਾਰਟ ਦੀ ਗੱਲ ਕਰਦੇ ਆ, ਪਾਰਟ ਜੋ ਹੈ 4, ਪਾਰਟ 4 ਜੋ ਪਹਿਲੇ ਫੰਡਾਮੈਂਟਲ ਪਾਰਟ 4 ਵਿੱਚ ਪਹਿਲਾ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਸਨ। ਫਿਰ ਇਸੀ ਪਾਰਟ ਵਿੱਚ ਫੰਡਾਮੈਂਟਲ ਡਿਊਟੀਜ਼ ਐਡ ਕਰਨ ਲਈ ਇਸ ਪਾਰਟ 4 ਨੂੰ 4A ਬਣਾਇਆ ਗਿਆ। 4A ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਐਡ ਕੀਤੀਆਂ ਗਈਆਂ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਆਰਟੀਕਲਸ ਅਤੇ ਪਾਰਟਸ ਕਿਸ ਤਰ੍ਹਾਂ ਐਡ ਕੀਤੇ ਜਾਂਦੇ ਹਨ, ਮਤਲਬ ਉਹਨਾਂ ਨੂੰ ਕਿਹੜਾ ਨੰਬਰ ਦਿੱਤਾ ਜਾਂਦਾ ਹੈ। ਇੱਥੇ ਇੱਕ ਗੱਲ ਯਾਦ ਰੱਖਣਾ ਕਿ ਜੋ ਆਰਟੀਕਲ 238 ਹੈ, ਜੋ ਪਾਰਟ 7 ਵਿੱਚ ਸੀ, ਉਹ 1956 ਵਿੱਚ 7ਵੀਂ ਅਮੈਂਡਮੈਂਟ ਦੌਰਾਨ 7ਵੀਂ ਸੋਧ ਜੋ 1956 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਗੌਰਮੈਂਟ ਨੇ ਕੀਤੀ ਸੀ, ਉਦੋਂ ਭਾਰਤੀ ਸੰਵਿਧਾਨ ਵਿੱਚੋਂ ਪਾਰਟ 7 ਬਿਲਕੁਲ ਖਤਮ ਕਰ ਦਿੱਤਾ ਗਿਆ। ਉਸ ਪਾਰਟ 7 ਵਿੱਚ ਇੱਕ ਆਰਟੀਕਲ ਕਵਰ ਹੁੰਦਾ ਸੀ, ਉਹ ਆਰਟੀਕਲ ਸੀ 238 ਆਰਟੀਕਲ। 238 ਨੰਬਰ ਆਰਟੀਕਲ ਵੀ ਭਾਰਤੀ ਸੰਵਿਧਾਨ ਵਿੱਚੋਂ ਡਿਲੀਟ ਕਰ ਦਿੱਤਾ ਗਿਆ ਹੈ। ਅਗਰ ਕੋਈ ਇਹ ਕੁਐਸਚਨ ਇਸ ਤਰ੍ਹਾਂ ਆਉਂਦਾ ਕਿ ਕਿਹੜਾ ਆਰਟੀਕਲ ਜਾਂ ਕਿਹੜਾ ਪਾਰਟ ਭਾਰਤੀ ਸੰਵਿਧਾਨ ਵਿੱਚੋਂ ਖਤਮ ਹੋ ਚੁੱਕਾ ਹੈ, ਤਾਂ ਉਹ ਪਾਰਟ ਹੈ ਪਾਰਟ 7 ਅਤੇ ਆਰਟੀਕਲ ਹੈ 238। ਯਾਦ ਰੱਖਣਾ ਇਸ ਨੂੰ। ਇੱਕ ਮਹੱਤਵਪੂਰਨ ਗੱਲ ਦਿਮਾਗ ਵਿੱਚ ਆਉਂਦੀ ਹੈ ਕਿ ਦੇਸ਼ ਆਜ਼ਾਦ ਹੋਇਆ 15 ਅਗਸਤ 1947 ਨੂੰ ਅਤੇ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950 ਨੂੰ। ਫਿਰ 15 ਅਗਸਤ 1947 ਤੋਂ ਲੈ ਕੇ 25 ਜਨਵਰੀ 1950 ਤੱਕ ਭਾਰਤ ਨੂੰ ਕਿਸ ਕਾਨੂੰਨ ਅਧੀਨ ਚਲਾਇਆ ਜਾ ਰਿਹਾ ਸੀ? ਸੋ ਦੋਸਤੋ, ਇਸਦਾ ਸਿੰਪਲ ਜਿਹਾ ਆਨਸਰ ਹੈ ਬ੍ਰਿਟਿਸ਼ ਲੈਜਿਸਲੇਸ਼ਨ ਦੇ ਅਧੀਨ ਭਾਰਤ ਨੂੰ ਚਲਾਇਆ ਜਾ ਰਿਹਾ ਸੀ। ਮਤਲਬ ਵਿਦੇਸ਼ ਜੋ ਬ੍ਰਿਟਿਸ਼ ਕਾਨੂੰਨ ਹੈ ਉਸ ਦੇ ਆਧਾਰ 'ਤੇ ਹੀ ਭਾਰਤ ਇੰਨਾ ਚਿਰ ਚੱਲਿਆ। ਉਸ ਤੋਂ ਬਾਅਦ ਜਦੋਂ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਇਆ, ਭਾਰਤੀ ਸੰਵਿਧਾਨ ਲਾਗੂ ਹੋਣ ਦੇ ਸਾਰੀ ਇੰਡੀਅਨ ਇੰਡੀਪੈਂਡੈਂਸ ਐਕਟ 1947 ਅਤੇ ਗਵਰਨਮੈਂਟ ਆਫ ਇੰਡੀਆ ਐਕਟ 1935, ਦੋ ਐਕਟ ਯਾਦ ਰੱਖਣਾ, ਇੰਡੀਅਨ ਇੰਡੀਪੈਂਡੈਂਸ ਐਕਟ 1947 ਅਤੇ ਗਵਰਨਮੈਂਟ ਆਫ ਇੰਡੀਆ ਐਕਟ 1935, ਇਹ ਦੋਨੋਂ ਐਕਟ ਬਿਲਕੁਲ ਖਤਮ ਹੋ ਗਏ। ਭਾਰਤੀ ਸੰਵਿਧਾਨ ਲਾਗੂ ਹੋਣ ਦੇ ਸਾਰੀ ਇਹ ਦੋਨੋਂ ਐਕਟ ਬਿਲਕੁਲ ਖਤਮ ਹੋ ਗਏ। ਦੋਸਤੋ, ਕੀ ਡਰਾਫਟਿੰਗ ਕਮੇਟੀ ਦੁਆਰਾ ਸੰਵਿਧਾਨ ਨੂੰ ਪੂਰਾ ਲਿਖਣ ਤੋਂ ਬਾਅਦ ਸਿਰਫ ਪਾਸ ਹੋਣ ਲਈ ਹੀ ਸੰਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ? ਤਾਂ ਇਸ ਦਾ ਆਨਸਰ ਹੈ ਨਹੀਂ, ਬਿਲਕੁਲ ਵੀ ਨਹੀਂ। ਫਾਈਨਲ ਡਰਾਫਟ ਜਦੋਂ ਤਿਆਰ ਹੋਇਆ ਸੰਵਿਧਾਨ ਦਾ, ਤਾਂ 4 ਨਵੰਬਰ 1948 ਨੂੰ ਡਾਕਟਰ BR ਅੰਬੇਡਕਰ ਨੇ ਇਸ ਨੂੰ ਅਸੈਂਬਲੀ ਵਿੱਚ ਪੇਸ਼ ਕੀਤਾ ਗਿਆ ਅਤੇ ਇਸ 'ਤੇ 5 ਦਿਨ ਡਿਸਕਸ਼ਨ ਹੋਈ। ਉਸ ਤੋਂ ਬਾਅਦ ਸੈਕਿੰਡ ਜੋ ਰੀਡਿੰਗ ਹੈ ਉਹ ਕਲੌਜ਼ ਬਾਈ ਕਲੌਜ਼ ਡਾਕਟਰ BR ਅੰਬੇਡਕਰ ਦੁਆਰਾ 15 ਨਵੰਬਰ 1948 ਤੋਂ ਲੈ ਕੇ 17 ਅਕਤੂਬਰ 1949 ਤੱਕ ਕੀਤੀ ਗਈ। ਯਾਦ ਰੱਖਣਾ ਇਹ ਦੋ ਡੇਟਾਂ, 15 ਨਵੰਬਰ 1948 ਤੋਂ 17 ਅਕਤੂਬਰ 1949 ਤੱਕ ਭਾਰਤੀ ਸੰਵਿਧਾਨ ਦੀ ਕਲੌਜ਼ ਬਾਈ ਕਲੌਜ਼ ਜੋ ਰੀਡਿੰਗ ਹੈ ਉਹ ਸੰਵਿਧਾਨ ਸਭਾ ਵਿੱਚ ਕੀਤੀ ਗਈ। ਇਸ ਤੋਂ ਬਾਅਦ ਤੀਜੀ ਅਤੇ ਫਾਈਨਲ ਜੋ ਰੀਡਿੰਗ ਹੈ ਪੂਰੇ ਡਰਾਫਟ ਦੀ ਉਹ 14 ਨਵੰਬਰ 1949 ਨੂੰ ਕੀਤੀ ਗਈ। ਇਸ ਦੇ ਨਾਲ ਹੀ ਡਾਕਟਰ BR ਅੰਬੇਡਕਰ ਦੁਆਰਾ ਸੰਵਿਧਾਨ ਨੂੰ ਪਾਸ ਕਰਨ ਦਾ ਪ੍ਰਸਤਾਵ ਅਸੈਂਬਲੀ ਵਿੱਚ ਰੱਖਿਆ ਗਿਆ। ਇੱਕ ਬਹੁਤ ਹੀ ਰੌਚਕ ਤੱਥ ਇੱਥੇ ਨਿਕਲ ਕੇ ਬਾਹਰ ਸਾਹਮਣੇ ਆਉਂਦਾ ਹੈ ਕਿ ਇਸ ਪੂਰੀ ਡਿਸਕਸ਼ਨ ਦੌਰਾਨ ਲਗਭਗ 7653 ਅਮੈਂਡਮੈਂਟਸ ਪ੍ਰਪੋਜ਼ ਕੀਤੀਆਂ ਗਈਆਂ ਸੰਵਿਧਾਨ ਸਭਾ ਦੇ ਅਲੱਗ-ਅਲੱਗ ਮੈਂਬਰਾਂ ਦੁਆਰਾ। ਯਾਦ ਰੱਖਣਾ 7653 ਅਮੈਂਡਮੈਂਟਸ ਪ੍ਰਪੋਜ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 2473 'ਤੇ ਡਿਸਕਸ਼ਨ ਵੀ ਹੋਈ। 2473 'ਤੇ ਸੰਵਿਧਾਨ ਸਭਾ ਵਿੱਚ ਡਿਸਕਸ਼ਨ ਵੀ ਹੋਈ। ਜਦੋਂ ਡਾਕਟਰ BR ਅੰਬੇਡਕਰ ਦੁਆਰਾ ਅਸੈਂਬਲੀ ਅੱਗੇ ਇਹ ਪ੍ਰਸਤਾਵ ਰੱਖਿਆ ਗਿਆ ਸੰਵਿਧਾਨ ਨੂੰ ਪਾਸ ਕਰਨ ਦਾ, ਤਦ ਸਰਬਸੰਮਤੀ ਨਾਲ ਇਸ ਨੂੰ ਪਾਸ ਵੀ ਕੀਤਾ ਗਿਆ ਅਤੇ 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੇ 299 ਮੈਂਬਰਾਂ ਵਿੱਚੋਂ
284 ਜੋ ਉਸ ਟਾਈਮ ਪ੍ਰੈਜ਼ੈਂਟ ਸਨ, ਉਸ ਡੇਟ ਨੂੰ ਪ੍ਰੈਜ਼ੈਂਟ ਸਨ ਸੰਵਿਧਾਨ ਸਭਾ ਵਿੱਚ, ਉਹਨਾਂ ਨੇ ਸਾਈਨ ਕੀਤੇ। ਉਹਨਾਂ ਦੇ ਸਾਈਨ ਹੋਣ ਤੋਂ ਬਾਅਦ ਭਾਰਤੀ ਸੰਵਿਧਾਨ ਨੂੰ ਦੇਸ਼ ਦਾ ਸੰਵਿਧਾਨ ਸਵੀਕਾਰ ਕਰ ਲਿਆ ਗਿਆ। ਦੋਸਤੋ, ਅਗਰ ਇਹ ਕੁਐਸਚਨ ਆਉਂਦਾ ਹੈ ਕਿ ਕੀ ਭਾਰਤੀ ਸੰਵਿਧਾਨ ਪੂਰੇ ਦਾ ਪੂਰਾ 26 ਜਨਵਰੀ 1950 ਨੂੰ ਲਾਗੂ ਹੋਇਆ, ਤਾਂ ਇਸ ਦਾ ਉੱਤਰ ਹੋਏਗਾ ਨਹੀਂ। ਭਾਰਤੀ ਸੰਵਿਧਾਨ ਦੇ ਕੁਝ ਆਰਟੀਕਲ 26 ਨਵੰਬਰ 1949 ਨੂੰ ਹੀ ਲਾਗੂ ਕਰ ਦਿੱਤੇ ਗਏ ਸਨ। ਯਾਦ ਰੱਖਣਾ, ਭਾਰਤੀ ਸੰਵਿਧਾਨ ਪੂਰੇ ਦਾ ਪੂਰਾ 26 ਜਨਵਰੀ 1950 ਨੂੰ ਲਾਗੂ ਨਹੀਂ ਹੋਇਆ ਸੀ, ਬਲਕਿ ਇਸ ਦੇ ਕੁਝ ਆਰਟੀਕਲ 26 ਨਵੰਬਰ 1949 ਨੂੰ ਹੀ ਲਾਗੂ ਕਰ ਦਿੱਤੇ ਗਏ ਸਨ। ਉਹ ਆਰਟੀਕਲ ਸਨ 5 ਤੋਂ ਲੈ ਕੇ 9 ਤੱਕ, ਮਤਲਬ ਆਰਟੀਕਲ 5, 6, 7, 8, 9 ਅਤੇ ਆਰਟੀਕਲ 60, ਆਰਟੀਕਲ 324, ਆਰਟੀਕਲ 366, 367, 379, 380, 388, ਆਰਟੀਕਲ 391 ਤੋਂ 394 ਤੱਕ, ਜਿਵੇਂ 391, 392 ਅਤੇ 393 ਆਰਟੀਕਲ 26 ਨਵੰਬਰ 1949 ਨੂੰ ਹੀ ਲਾਗੂ ਕਰ ਦਿੱਤੇ ਗਏ ਸਨ। ਸੋ ਬਾਕੀ ਦਾ ਰਹਿੰਦਾ ਹੋਇਆ ਪੂਰਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਦੋਸਤੋ, ਇਹ ਇੱਕ ਮਹੱਤਵਪੂਰਨ ਫੈਕਟ ਹੈ, ਇਸ ਨੂੰ ਯਾਦ ਰੱਖਣਾ। ਇਹ ਆਰਟੀਕਲਸ ਵੀ ਹੋ ਸਕੇ ਤਾਂ ਯਾਦ ਕਰ ਲੈਣਾ। ਅੱਗੇ ਪੜ੍ਹਦੇ ਹਾਂ ਸੰਵਿਧਾਨ ਵਿੱਚ ਹੋਈਆਂ ਸੋਧਾਂ ਬਾਰੇ। ਆਰਟੀਕਲ 368 ਭਾਰਤੀ ਸੰਸਦ ਨੂੰ ਸੰਵਿਧਾਨ ਵਿੱਚ ਸੋਧ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਸੰਵਿਧਾਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ, ਮਤਲਬ 2020 ਤੱਕ 104 ਵਾਰ ਸੰਵਿਧਾਨ ਵਿੱਚ ਸੋਧਾਂ ਹੋ ਚੁੱਕੀਆਂ ਹਨ। ਪਹਿਲੀ ਸੋਧ 10 ਮਈ 1951 ਨੂੰ ਕੀਤੀ ਗਈ ਅਤੇ ਜੋ ਆਖਰੀ ਸੋਧ ਹੈ ਉਹ 25 ਜਨਵਰੀ 2020 ਨੂੰ ਮੌਜੂਦਾ ਸਰਕਾਰ ਵੱਲੋਂ ਕੀਤੀ ਗਈ। ਸੰਸਦ ਦੁਆਰਾ ਸੋਧ ਕਰਨ ਤੋਂ ਬਾਅਦ ਉਸ ਸੋਧ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਲਾਗੂ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜੋ ਆਖਰੀ ਲਾਗੂ ਹੋ ਚੁੱਕੀ ਸੋਧ ਹੈ ਉਹ ਹੈ 103ਵੀਂ ਸੋਧ, ਜੋ ਕਿ 14 ਜਨਵਰੀ 2019 ਨੂੰ ਹੋਈ ਸੀ। ਹੁਣ ਤੱਕ 104 ਸੋਧਾਂ ਹੋ ਚੁੱਕੀਆਂ ਹਨ। ਉਹਨਾਂ ਵਿੱਚੋਂ ਕੁਝ ਬਹੁਤ ਹੀ ਮਹੱਤਵਪੂਰਨ ਸੋਧਾਂ ਹਨ, ਜਿਵੇਂ ਕਿ ਸੰਵਿਧਾਨ ਦੀ 7ਵੀਂ ਸੋਧ, 42ਵੀਂ ਸੋਧ, 44ਵੀਂ ਸੋਧ, 73ਵੀਂ, 74ਵੀਂ ਅਤੇ 97ਵੀਂ ਸੋਧ। ਸੰਵਿਧਾਨ ਦੀ 42ਵੀਂ ਸੋਧ ਨੂੰ ਮਿੰਨੀ ਸੰਵਿਧਾਨ, ਮਤਲਬ ਮਿੰਨੀ ਕੌਂਸਟੀਟਿਊਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸੋਧ 2 ਨਵੰਬਰ 1976 ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਸਰਕਾਰ ਦੁਆਰਾ ਐਮਰਜੈਂਸੀ ਦੀ ਸਥਿਤੀ ਵਿੱਚ ਕੀਤੀ ਗਈ ਸੀ। ਇਸ ਸੋਧ ਦੁਆਰਾ ਪਹਿਲੀ ਵਾਰ ਭਾਰਤੀ ਸੰਵਿਧਾਨ ਦੇ ਮੂਲ ਢਾਂਚੇ ਨੂੰ ਬਦਲਿਆ ਗਿਆ ਸੀ। ਇਸ ਸੋਧ ਨੇ ਸੰਵਿਧਾਨ ਦੀ ਪ੍ਰਸਤਾਵਨਾ, ਮਤਲਬ ਪ੍ਰੀਐਂਬਲ ਵਿੱਚ 3 ਨਵੇਂ ਸ਼ਬਦ ਜੋੜੇ ਸਨ। ਉਹ ਸ਼ਬਦ ਹਨ ਸੋਸ਼ਲਿਸਟ, ਸੈਕੂਲਰ ਅਤੇ ਇੰਟੈਗ੍ਰਿਟੀ। ਇਹ ਤਿੰਨੇ ਸ਼ਬਦਾਂ ਬਾਰੇ ਜਾਣਨ ਲਈ ਤੁਹਾਨੂੰ ਪ੍ਰੀਐਂਬਲ ਨੂੰ ਪੜ੍ਹਨਾ ਚਾਹੀਦਾ ਹੈ। ਇਸ ਤੋਂ ਬਾਅਦ ਸੰਵਿਧਾਨ ਵਿੱਚ 51A ਆਰਟੀਕਲ, ਜੋ ਕਿ 4A ਭਾਗ ਵਿੱਚ ਸ਼ਾਮਲ ਕੀਤਾ ਗਿਆ, ਇਹ ਭਾਰਤੀ ਨਾਗਰਿਕਾਂ ਦੇ ਮੌਲਿਕ ਕਰਤੱਵਾਂ ਬਾਰੇ ਦੱਸਦਾ ਹੈ। ਇਸ ਦਾ ਮਤਲਬ ਇਹ ਹੈ ਕਿ ਭਾਗ 4A ਸ਼ਾਮਲ ਕੀਤਾ ਗਿਆ ਅਤੇ ਇਸ ਵਿੱਚ ਆਰਟੀਕਲ 51A, ਇਸ ਦਾ ਮਤਲਬ ਹੈ ਕਿ ਸੰਵਿਧਾਨ ਵਿੱਚ ਪਹਿਲੀ ਵਾਰ ਮੌਲਿਕ ਕਰਤੱਵ ਵੀ 42ਵੀਂ ਸੋਧ ਦੁਆਰਾ ਸ਼ਾਮਲ ਕੀਤੇ ਗਏ ਸਨ। ਇਹ ਸਨ ਕੁਝ ਮਹੱਤਵਪੂਰਨ ਸੋਧਾਂ। ਤੁਹਾਨੂੰ ਸਲਾਹ ਹੈ ਕਿ ਪਿੱਛੇ ਦੱਸੀਆਂ ਗਈਆਂ ਸਾਰੀਆਂ ਸੋਧਾਂ ਬਾਰੇ ਡਿਟੇਲ ਵਿੱਚ ਪੜ੍ਹ ਲਿਆ ਜਾਵੇ ਜੀ। ਇਸ ਵੀਡੀਓ ਦਾ ਅੰਤ ਇੱਥੇ ਹੀ ਕਰਦਾ ਹਾਂ। ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਣਕਾਰੀ ਜ਼ਰੂਰ ਉਪਯੋਗੀ ਲੱਗੀ ਹੋਵੇਗੀ। ਭਾਰਤੀ ਸੰਵਿਧਾਨ ਵਿਸ਼ੇ ਨਾਲ ਸੰਬੰਧਿਤ ਅਗਲੀ ਵੀਡੀਓ, ਜਿਸ ਵਿੱਚ ਸੰਵਿਧਾਨ ਦੇ ਸੋਮੇ, ਮਤਲਬ ਸੋਰਸਸ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ ਅਤੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਅਤੇ ਇਸ ਟੌਪਿਕ ਨਾਲ ਜੁੜੇ MCQs ਲੈ ਕੇ ਜਲਦ ਹਾਜ਼ਰ ਹੋਵਾਂਗਾ। ਅਗਲੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਨਾਲ ਹੀ ਬੈਲ ਆਈਕਨ ਨੂੰ ਦਬਾਉਣਾ ਵੀ ਨਾ ਭੁੱਲਣਾ, ਤਾਂ ਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।